My dear students, very best wishes. In this lecture, we shall do imperative sentences and sentences with modal verbs. First of all, we shall know what are the imperative sentences. देखो imperative sentences जिस तरह ਅਸੀਂ ਪਹਿਲਾਂ ਵੀ ਐਕਸਪਲੇਨ ਕਰ ਚੁੱਕੇ ਹਾਂ ਉਹ ਹੁੰਦੇ ਨੇ ਜਿਨ੍ਹਾਂ 'ਚ ਕੋਈ ਬੇਨਤੀ ਕੀਤੀ ਜਾਵੇ, ਕੋਈ ਸਿੱਖਿਆ ਦਿੱਤੀ ਜਾਵੇ, ਕੋਈ ਸੁਝਾਅ ਦਿੱਤਾ ਜਾਵੇ, ਕੋਈ ਹੁਕਮ ਜਿਹੜਾ ਹੈ ਉਹ ਦਿੱਤਾ ਜਾਵੇ ਜਾਂ ਕੋਈ ਪ੍ਰਪੋਜ਼ਲ ਟਾਈਪ ਚੀਜ਼ ਹੁੰਦੀ ਹੈ ਤਾਂ ਉਹਨਾਂ ਨੂੰ ਅਸੀਂ ਇੰਪੈਰੇਟਿਵ ਕਹਿੰਦੇ ਹਾਂ। ਇਹਨਾਂ 'ਚ ਕਈ ਵਾਰ ਮਨਾਹੀ ਵੀ ਹੁੰਦੀ ਹੈ, ਨੈਗੇਟਿਵ ਵੀ ਉਹ ਵੀ ਇੰਪੈਰੇਟਿਵ ਹੁੰਦੇ ਨੇ, ਉਹ ਡੋਂਟ ਨਾਲ ਜਾਂ ਡੂ ਨੋਟ ਨਾਲ ਸ਼ੁਰੂ ਹੁੰਦੇ ਨੇ ਜਾਂ ਕਿਸੇ 'ਚ ਨੈਵਰ ਵੀ ਆ ਸਕਦਾ ਹੈਗਾ। ਤਾਂ ਜਦ ਅਸੀਂ ਇਹਨਾਂ ਦੀ ਪੈਸਿਵ ਵਾਇਸ ਕਰਾਂਗੇ ਤਾਂ ਅਸੀਂ ਇਹਨਾਂ ਵਿੱਚ ਲੈਟ ਲਾਵਾਂਗੇ ਔਰ ਵਰਬ ਦੀ ਥਰਡ ਫਾਰਮ ਦੇ ਅੱਗੇ ਬੀ ਦੀ ਵਰਤੋਂ ਕਰਾਂਗੇ। ਲੈਟ ਤੋਂ ਬਾਅਦ ਓਬਜੈਕਟ ਲੱਗ ਜਾਏਗਾ ਜੋ ਵੀ ਹੈ ਸਾਡਾ, ਔਰ ਉਸ ਤੋਂ ਬਾਅਦ ਅਸੀਂ ਇਸ ਨੂੰ ਪੈਸਿਵ ਰੂਪ ਦੇ ਦਿਆਂਗੇ। ਔਰ ਜਿਹੜੇ ਸਾਡੇ ਡੋਂਟ ਵਾਲੇ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਨੋਟ ਜਿਹੜੀ ਹੈ ਸਾਡੀ ਨੈਗੇਟਿਵ ਫਾਰਮ ਉਹ ਸਾਡੀ ਉਸ ਤਰ੍ਹਾਂ ਹੀ ਲੱਗ ਜਾਂਦੀ ਹੁੰਦੀ ਹੈਗੀ ਅਤੇ ਅਸੀਂ ਇਹਨਾਂ ਨੂੰ ਸ਼ੁੱਡ ਵੀ ਨਾਲ ਵੀ ਕਰ ਸਕਦੇ ਹਾਂ। ਔਰ ਤੀਸਰਾ ਢੰਗ ਇਹ ਵੀ ਹੁੰਦਾ ਹੈ ਕਿ ਅਸੀਂ ਸੈਂਟੈਂਸ ਦੇ ਅੱਗੇ ਜਾਣੀ ਵਰਬ ਦੇ ਅੱਗੇ ਯੂ ਆਰ ਰਿਕੁਐਸਟਡ ਟੂ, ਜਿਹਨਾਂ 'ਚ ਪਲੀਜ਼ ਜਾਂ ਕਾਈਂਡਲੀ ਲੱਗਿਆ ਹੋਵੇ ਉਹਨਾਂ ਅੱਗੇ ਅਸੀਂ ਯੂ ਆਰ ਰਿਕੁਐਸਟਡ ਟੂ ਲਾ ਸਕਦੇ ਹਾਂ। ਅਗਰ ਕੋਈ ਸਿੱਖਿਆ ਹੋਵੇ ਤਾਂ ਯੂ ਆਰ ਐਡਵਾਈਜ਼ ਟੂ ਲਾ ਸਕਦੇ ਹੈਗੇ ਹਾਂ। ਅਗਰ ਕੋਈ ਆਦੇਸ਼ ਹੋਵੇ ਯੂ ਆਰ ਆਰਡਰ ਟੂ ਲਾ ਸਕਦੇ ਹੈਗੇ ਹਾਂ। ਅਗਰ ਕੋਈ ਇਸ ਤਰ੍ਹਾਂ ਦੀ ਕਮਾਂਡ ਹੋਵੇ ਜਿਵੇਂ ਆਰਮੀ ਦੇ ਵਿੱਚ ਹੁੰਦੀ ਹੈ, ਪੁਲਿਸ ਦੇ ਵਿੱਚ ਹੁੰਦੀ ਆ, ਤਾਂ ਯੂ ਆਰ ਕਮਾਂਡਡ ਟੂ ਵੀ ਲਾ ਸਕਦੇ ਹਾਂ। ਇੱਦਾਂ ਅਸੀਂ ਲਾ ਕੇ ਉਹਨਾਂ ਨੂੰ ਪੈਸਿਵ ਜਿਹੜਾ ਹੈ ਕਨਵਰਟ ਕਰ ਸਕਦੇ ਹਾਂ। ਅਗਰ ਸਾਡੇ ਕੋਈ ਸੁਜੈਸ਼ਨ ਵਾਲੇ ਨੇਗੇ ਤਾਂ ਉਹਨਾਂ 'ਚ ਅਸੀਂ ਪ੍ਰਪੋਜ਼ਡ ਜਾਂ ਸੁਜੈਸਟਡ ਵੀ ਲਾ ਸਕਾਂਗੇ ਜਾਂ ਲੈਟਸ ਨਾਲ ਉਹ ਜਿਹੜੇ ਹਨ ਸਿੱਧੇ ਵੀ ਸਾਡੇ ਬਣ ਜਾਣਗੇ। ਹੁਣ ਆਪਾਂ ਇੰਪੈਰੇਟਿਵ ਸੈਂਟੈਂਸਿਸ ਜਿਹੜੇ ਹਨ ਤਾਂ ਉਹਨਾਂ ਦੀ ਕੁਛ ਪ੍ਰੈਕਟਿਸ ਕਰਦੇ ਹਾਂ। ਹੈਲਪ ਦਾ ਪੂਅਰ, ਲੈਟ ਦਾ ਪੂਅਰ ਬੀ ਹੈਲਪਡ, ਜਾਂ ਇਹਨੂੰ ਇੱਦਾਂ ਵੀ ਕਰ ਸਕਦੇ ਹਾਂ ਕਿ ਦਾ ਪੂਅਰ ਸ਼ੁੱਡ ਬੀ ਹੈਲਪਡ। ਅਗਰ ਇਹ ਸਾਡਾ ਓਬਜੈਕਟ ਥੋੜ੍ਹਾ ਜਿਹਾ ਲੰਬਾ ਵੀ ਹੋਵੇ, ਜਿਸ ਤਰ੍ਹਾਂ ਇੱਦਾਂ ਹੁੰਦਾ ਕਿ ਹੈਲਪ ਦਾ ਪੂਅਰ ਐਂਡ ਦਾ ਨੀਡੀ, ਤਾਂ ਫਿਰ ਅਸੀਂ ਸਾਰਾ ਓਬਜੈਕਟ ਅੱਗੇ ਲੈ ਆਉਂਦੇ ਕਿ ਲੈਟ ਦਾ ਪੂਅਰ ਐਂਡ ਦਾ ਨੀਡੀ ਬੀ ਹੈਲਪਡ। ਡੂ ਨੋਟ ਟੈਲ ਏ ਲਾਈ, ਲੈਟ ਅ ਲਾਈ ਨੋਟ ਬੀ ਟੋਲਡ, ਲੈਟ ਏ ਲਾਈ ਨੋਟ ਬੀ ਟੋਲਡ। ਮੰਨ ਲਓ ਅਸੀਂ ਇੱਦਾਂ ਲਾ ਦਈਏ ਕਿ ਯੂ ਆਰ ਫੋਰਬਿਡਨ ਟੂ ਟੈਲ ਏ ਲਾਈ ਤਾਂ ਵੀ ਠੀਕ ਹੋਏਗਾ। ਇੱਕ ਧਿਆਨ ਰੱਖਣਾ, ਜੇ ਅਸੀਂ ਫੋਰਬਿਡਨ ਲਾਉਂਦੇ ਹਾਂ ਜਾਂ ਪ੍ਰੋਹਿਬਿਟਡ ਲਾਉਂਦੇ ਹਾਂ ਫਿਰ ਅਸੀਂ ਨੋਟ ਦੀ ਵਰਤੋਂ ਨਹੀਂ ਕਰਨੀ ਹੁੰਦੀ, ਨੋਟ ਦੀ ਵਰਤੋਂ ਨਹੀਂ ਕਰਨੀ ਹੁੰਦੀ ਕਿਉਂਕਿ ਉਸ ਵਰਡ ਦੇ ਵਿੱਚ ਹੀ ਨੈਗੇਟਿਵ ਹੁੰਦਾ ਹੈ। ਡੂ ਯੂਰ ਡਿਊਟੀ, ਲੈਟ ਯੂਰ ਡਿਊਟੀ ਬੀ ਡਨ, let your duty be done, your duty should be done. Never shirk work, let work never be shirked, let work never be shirked. Please help me, ਹੁਣ ਜਿਹਦੇ ਅੱਗੇ ਵੀ ਪਲੀਜ਼ ਆ ਗਿਆ ਜਾਂ ਕਾਈਂਡਲੀ ਆ ਗਿਆ ਉਹਦੇ ਅੱਗੇ ਅਸੀਂ ਯੂ ਆਰ ਰਿਕੁਐਸਟਡ ਟੂ ਲਾਉਣਾ ਹੁੰਦਾ ਗਾ। ਯੂ ਆਰ ਰਿਕੁਐਸਟਡ to help me, you are requested to help me. Join these two pieces of paper with gum. ਹੁਣ ਸਾਡਾ ਆਬਜੈਕਟ ਕੀ ਆ? These two pieces of paper. Let these two pieces of paper be joined with gum. Keep your head well covered. Let your head be kept well covered. Let your head be kept well covered. Switch off the lights at 10. Let the lights be switched off at 10. Let the lights be switched off at 10. ਮੰਨ ਲਓ ਅਸੀਂ ਇੱਦਾਂ ਵੀ ਕਰ ਦਈਏ ਕਿ the lights should be switched off at 10. Do not bring in purses or handbags. ਹੁਣ do not ਦਾ ਵਧੀਆ ਇਹ ਢੰਗ ਹੋ ਸਕਦਾ ਇੱਥੇ ਕਿ you are forbidden to, to ਤੋਂ ਬਾਅਦ ਵਰਬ ਦੀ ਫਸਟ ਫਾਰਮ ਹੁੰਦੀ ਹੈ। you are forbidden ਯਾਨੀ is am are forbidden ਜਿਹੜਾ ਹੈ ਇੱਥੇ ਪੈਸੇ ਬਣ ਗਿਆ। you are forbidden to
bring in purses or handbags, ਇਹ ਮਨਾਹੀ ਹੈਗੀ ਆ। let him face the situation, let ਦਾ ਹੁਣ let ਤੋਂ ਭੁਲੇਖਾ ਨਹੀਂ ਖਾ ਜਾਣਾ ਵੀ ਕਿਤੇ ਪੈਸਿਵ ਆ, ਇਹ ਐਕਟਿਵ 'ਚ ਵੀ let ਲੱਗਿਆ ਹੋਇਆ। let the situation be faced by him, let the situation be faced by him। ਹੁਣ ਆਪਾਂ ਮੋਡਲ ਐਕਸਲਰੀਜ਼ ਔਰ ਮੋਡਲ ਵਰਬਸ ਕਰਾਂਗੇ। ਇਹਨੂੰ ਮੋਡਲ ਨਹੀਂ ਕਹਿਣਾ, ਮੋਡਲ MODAL। ਅਮਰੀਕਾ ਵਗੈਰਾ ਦੇ ਵਿੱਚ ਇਹਨਾਂ ਨੂੰ ਮੂਡਲ MOODL ਕਿਹਾ ਜਾਂਦਾ ਹੈ। ਮੂਡਲ ਯਾਨੀ ਇਨ ਏ ਵੇ ਦੀਜ਼ ਟੈਲ ਅਸ ਦਾ ਮੂਡ ਔਰ ਦਾ ਮੋਡੈਲਿਟੀ ਆਫ ਦਾ ਸਟੇਟਮੈਂਟ। ਤੋ ਇਹਨਾਂ ਨੂੰ ਅਸੀਂ ਇਕੱਲੇ ਮੋਡਲਸ ਵੀ ਕਹਿ ਦਿੰਦੇ ਹਾਂ, ਮੋਡਲ ਐਕਸਲਰੀਜ਼ ਵੀ ਕਹਿ ਦਿੰਦੇ ਹਾਂ, ਜਾਂ ਇੱਦਾਂ ਸੌਖੇ ਢੰਗ ਨਾਲ ਇਹ ਹੈਲਪਿੰਗ ਵਰਬਸ ਨੇ ਜਿਨ੍ਹਾਂ 'ਚ ਕੈਨ, ਕੁੱਡ, ਸ਼ੈਲ, ਵਿਲ, should, would, should ਦੇ ਨਾਲ ought to, have to, has to, had to, will have to, shall have to, must। ਤਾਂ ਇਹੋ ਜਿਹੀਆਂ ਕੁਝ ਸਾਡੀਆਂ ਹੈਲਪਿੰਗ ਵਰਬਸ ਲੱਗੀਆਂ ਹੁੰਦੀਆਂ ਨੇ, ਅਸੀਂ to ਲਾ ਦਿੰਦੇ ਹਾਂ। ਤਾਂ ਇਹਨਾਂ ਦੇ ਵਿੱਚ ਦੱਸਿਆ ਕੀ ਹੁੰਦਾ, ਜਾਂ ਕੋਈ ਐਬਿਲਿਟੀ ਕਿ ਆਈ ਕੈਨ ਡੂ ਇਟ, ਜਾਂ ਕੋਈ ਪੋਸੀਬਿਲਿਟੀ ਹੁੰਦੀ ਆ ਆਈ ਮੇ ਨਾਲ ਜਾਂ ਕੈਨ ਨਾਲ, ਪੋਸੀਬਿਲਿਟੀ ਵੀ ਦੱਸੀ ਜਾ ਸਕਦੀ ਹੈਗੀ ਆ। ਜਾਂ ਅਸੀਂ ਕੋਈ ਇਹਦੇ ਵਿੱਚ ਪਰਮਿਸ਼ਨ ਵਗੈਰਾ ਦਿੰਦੇ ਹਾਂ, ਜੋ ਅਸੀਂ ਇੱਦਾਂ ਕਹਿ ਦਿੰਦੇ ਹੁੰਦੇ ਹਾਂ ਕਿ ਵੀ ਹੀ ਸ਼ੁੱਡ ਬੀ ਅਲਾਊਡ ਟੂ, ਸਿੱਖਿਆ ਵੀ ਹੋ ਸਕਦੀ ਹੈਗੀ ਆ। ਯੂ ਸ਼ੁੱਡ ਡੂ ਇਟ, ਸ਼ੁੱਡ ਦੀ ਥਾਂ 'ਤੇ ਅਸੀਂ ought to ਵੀ ਲਾ ਲੈਣੇ ਹੁੰਦੇ ਹਾਂ, OUGHTTO, ought to। ਇਹ ਵੀ ਮੀਨਿੰਗ ਬਿਲਕੁਲ ਸੇਮ ਹੈ। ਜਾਂ ਜਦੋਂ ਓਬਲੀਗੇਸ਼ਨ ਹੋਵੇ, ਦੋ ਤਰ੍ਹਾਂ ਦੀਆਂ ਓਬਲੀਗੇਸ਼ਨ ਹੁੰਦੀਆਂ ਨੇ, ਇੱਕ ਇੰਟਰਨਲ ਹੈ ਤਾਂ ਉੱਥੇ ਅਸੀਂ ਮਸਟ ਲਾਉਂਦੇ ਹਾਂ। ਜੇ ਕੋਈ ਐਕਸਟਰਨਲ ਐਲੀਮੈਂਟ ਵਾਲੀ ਓਬਲੀਗੇਸ਼ਨ ਹੋਵੇ ਤਾਂ ਅਸੀਂ ਹੈਵ ਟੂ, ਹੈਜ਼ ਟੂ ਪ੍ਰੈਜ਼ੈਂਟ ਦੇ ਵਿੱਚ, ਹੈਡ ਟੂ ਪਾਸਟ ਵਿੱਚ, ਵਿਲ ਹੈਵ ਟੂ, ਸ਼ੈਲ ਹੈਵ ਟੂ ਜਿਹੜਾ ਹੈ ਉਹ ਸਾਡਾ ਫਿਊਚਰ ਟੈਂਸ ਦੇ ਵਿੱਚ ਲੱਗਦਾ ਹੈ। ਤਾਂ ਇਹਨਾਂ ਸਾਰਿਆਂ ਦੇ ਨਾਲ ਅਸੀਂ ਪੈਸਿਵ ਵੌਇਸ ਦੇ ਵਿੱਚ ਬੀ ਲਾਵਾਂਗੇ ਔਰ ਵਰਬ ਦੀ ਥਰਡ ਫਾਰਮ ਜਿਹੜੀ ਹੈਗੀ ਆ ਉਹ ਕਰਨੀ ਹੁੰਦੀ ਆ। ਹੁਣ ਆਪਾਂ ਸੈਂਟੈਂਸਸ ਕਰਦੇ ਹਾਂ। ਹੀ ਕੈਨ ਨਾਟ ਚੀਟ ਯੂ, ਯੂ ਕੈਨ ਨਾਟ ਬੀ ਚੀਟਡ ਬਾਏ ਹਿਮ। ਕੁਡ ਯੂ ਨਾਟ ਵਿਨ ਦਾ ਮੈਚ, ਕੁਡ ਦਾ ਮੈਚ not be won by you। We ought to love our country, ought to the meaning ਹੁੰਦਾ should, ਇਹਦੀ ਪੈਸਿਵ ਹੋਏਗੀ our country should be loved by us, our country should be loved by us। you must take the risk ਜਾਂ you must take this risk, so this risk must be taken by you। ਰਿਸਕ ਹੁੰਦਾ ਗਾ ਜੋਖਮ, ਟੇਕ ਰਿਸਕ ਹੁੰਦਾ ਜੋਖਮ ਉਠਾਉਣਾ। should we play cards, should cards be played by us, should cards be played by us। they should punish the guilty, the guilty should be punished by them। guilty ਕੌਣ ਹੁੰਦੇ ਨੇ, ਦੋਸ਼ੀ। they should punish the guilty means ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਅਸੀਂ ਪੈਸਿਵ ਕਰ ਲਿਆ। ਮੇ ਗੋਡ ਬਲੈਸ ਯੂ ਵਿਦ ਹੈਲਥ, ਮੇ ਯੂ ਬੀ ਬਲੈਸਡ ਵਿਦ ਹੈਲਥ। ਇੱਥੇ ਜੇ ਅਸੀਂ ਬਾਈ ਗੋਡ ਨਾ ਲਾਈਏ ਤਾਂ ਬਿਲਕੁਲ ਠੀਕ ਆ, ਲੇਕਿਨ ਜੇ ਲਾ ਦਿੰਦੇ ਹੋ ਤਾਂ ਗਲਤ ਨਹੀਂ ਕੀਤਾ ਜਾਏਗਾ, ਕਿਉਂਕਿ ਭਾਵ ਤਾਂ ਇਹੀ ਹੈ ਵੀ ਗੋਡ ਨੇ ਹੀ ਬਲੈਸ ਕਰਨਾ ਹੁੰਦਾ ਗਾ। ਹਾਊ ਕੈਨ ਵਨ ਇਗਨੋਰ ਸੱਚ ਏ ਸੀਰੀਅਸ ਮਿਸਟੇਕ, how can such a serious mistake be ignored by one ਜਿਹੜਾ ਹੈ ਬਿਲਕੁਲ ਆਪਾਂ ਨਹੀਂ ਲਾਉਣਾ, by someone, by one ਇਹੋ ਜਿਹਾ ਜਿਹੜਾ object ਹੈ ਉਹ ਆਪਾਂ ਨਹੀਂ ਲਾਉਣਾ ਹੁੰਦਾ। we must obey the laws of the land, the laws of the land must be obeyed। ਇੰਨੇ ਕਾਫੀ ਆ, ਲੇਕਿਨ ਬਾਈ ਆਸ ਲਾ ਦੇਵੋਗੇ ਤਾਂ ਗਲਤ ਨਹੀਂ ਹੁੰਦਾ, ਪਰ ਵੈਸੇ ਇੰਨਾ ਕਾਫੀ ਆ। the laws of the land must be obeyed। we must not reduce our prices, reduce ਹੁੰਦਾ ਘੱਟ ਕਰਨਾ। our prices must not be reduced by us, our prices must not be reduced by us। thanks, my best wishes, God bless you। ਬਾਕੀ ਸਾਰੀਆਂ ਵੀਡੀਓ ਜਿਹੜੀਆਂ ਹਨ ਇੰਗਲਿਸ਼ ਮੇਡ ਈਜ਼ੀ ਦੇ ਨਾਲ ਸੰਬੰਧਿਤ ਸੌਖੇ ਢੰਗ ਨਾਲ ਅੰਗਰੇਜ਼ੀ ਸਿੱਖਣ ਵਾਸਤੇ, ਉਹ ਸਿਰਜਣਾ TV ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਧਿਆਨ ਨਾਲ ਸੁਣੋ ਔਰ ਪ੍ਰੈਕਟਿਸ ਕਰੋ। God bless you।